वाहिगुरु जी का खालसा वाहिगुरु जी की फतेह। धन श्री गुरु ग्रंथ साहब जी महाराज ਦੇ ਪਾਵਨ ਪਵਿੱਤਰ ਸਰੂਪ ਕਈਆਂ ਗੁਰਮੁਖਾਂ ਪਿਆਰਿਆਂ ਨੇ ਆਪਣੇ ਘਰ ਦੇ ਵਿੱਚ ਪ੍ਰਕਾਸ਼ ਕੀਤੇ ਹੁੰਦੇ ਹਨ। ਬਹੁਤ ਪ੍ਰੇਮੀ ਤਾਂ ਪ੍ਰੇਮ ਸਤਿਕਾਰ ਦੇ ਨਾਲ ਸੇਵਾ ਕਰਦੇ ਨੇ, ਜਿਨ੍ਹਾਂ ਨੂੰ ਸੋਝੀ ਹੁੰਦੀ ਹੈ। ਕਈਆਂ ਨੂੰ ਸੋਝੀ ਨਹੀਂ ਹੁੰਦੀ ਕਿਸ ਤਰ੍ਹਾਂ ਪ੍ਰਕਾਸ਼ ਕਰਨਾ, ਮੁੱਖ ਵਾਕ ਕਿਵੇਂ ਲੈਣਾ, ਰੋਜ਼ਾਨਾ ਸੁੱਖ ਆਸਣ ਆਦਿਕ ਦੀ ਸੇਵਾ ਜਿਹੜੀ ਹੈ ਸੋ ਉਹਨਾਂ ਨੂੰ ਭਲੀ ਪ੍ਰਕਾਰ ਨਹੀਂ ਆਉਂਦੀ ਹੁੰਦੀ। ਸੋ ਕਈ ਤਾਂ ਪ੍ਰੇਮੀ ਰੋਜ਼ਾਨਾ ਪ੍ਰਕਾਸ਼ ਵੀ ਨਹੀਂ ਕਰਦੇ, ਕਾਫੀ ਲੰਬੇ ਸਮੇਂ ਪਿੱਛੋਂ ਹੀ ਪ੍ਰਕਾਸ਼ ਕਰਦੇ ਨੇ। ਸੋ ਇਸ ਲਈ ਉਹ ਇੱਕ ਪ੍ਰਕਾਰ ਦੀ ਬੇਅਦਬੀ ਕਰਦੇ ਨੇ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜਿਸ ਤਰ੍ਹਾਂ ਗੁਰੂ ਘਰ ਵਿੱਚ ਆਪਾਂ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਮਰਿਆਦਾ ਸਿੱਖਣੀ ਚਾਹੀਦੀ ਹੈ ਪ੍ਰਕਾਸ਼ ਦੀ, ਸੁੱਖ ਆਸਣ ਦੀ, ਮੁੱਖ ਵਾਕ ਲੈਣ ਦੀ, ਹਜ਼ੂਰ ਨਿਤਨੇਮ ਕਰਨ ਦੀ। ਸੋ ਇਹ ਸਾਰੀ ਮਰਿਆਦਾ ਜਿਹੜੀ ਸਾਨੂੰ ਸਿੱਖ ਕਰਕੇ ਹੀ ਸਤਿਗੁਰੂ ਮਹਾਰਾਜ ਦੇ ਸਰੂਪਾਂ ਨੂੰ ਘਰ ਦੇ ਵਿੱਚ ਵਿਰਾਜਮਾਨ ਕਰਨਾ ਚਾਹੀਦਾ ਹੈ। ਨਹੀਂ ਤਾਂ ਇਹ ਵੱਡੀ ਭਾਰੀ ਅਸੀਂ ਗਲਤੀ ਕਰਦੇ ਹਾਂ ਸਤਿਗੁਰੂ ਸਾਹਿਬ ਦੇ ਸਰੂਪਾਂ ਨੂੰ ਘਰੇ ਰੱਖ ਕਰਕੇ। ਇੱਕ ਤਾਂ ਬਹੁਤੇ ਪ੍ਰੇਮੀ ਸੰਗਤ ਨਾਲ ਵੀ ਟੁੱਟ ਜਾਂਦੇ ਨੇ, ਉਹ ਸੰਗਤ ਹੀ ਨਹੀਂ ਕਰਦੇ। ਕਈ ਤਾਂ ਜਿਹੜੇ ਸਿਆਣੇ ਨੇ ਉਹ ਘਰ ਵਿੱਚ ਵੀ ਸਤਿਗੁਰੂ ਸਾਹਿਬ ਦਾ ਪੂਰਨ ਸਤਿਕਾਰ ਰੱਖਦੇ ਨੇ ਅਤੇ ਸੰਗਤ ਵੀ ਜਾਂਦੇ ਨੇ, ਸੰਗਤ ਕਰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਦੋਨੇ ਪ੍ਰਕਾਰ ਨਾਲ ਭਲਾ ਹੀ ਭਲਾ ਹੈ। ਪਰ ਜਿਹੜੇ ਘਰ ਵਿੱਚ ਰੱਖ ਕਰਕੇ ਜਿਨ੍ਹਾਂ ਨੂੰ ਕੋਈ ਸੋਝੀ ਨਹੀਂ ਪ੍ਰਕਾਸ਼ ਕਰਨ ਦੀ, ਮੁੱਖ ਵਾਕ ਆਦਿਕ ਲੈਣ ਦੀ, ਸੋ ਉਹਨਾਂ ਤੋਂ ਇੱਕ ਪ੍ਰਕਾਰ ਦੀ ਅਵੱਗਿਆ ਹੁੰਦੀ ਹੈ। ਇਸ ਲਈ ਉਹਨਾਂ ਨੂੰ ਸਤਿਗੁਰੂ ਸਾਹਿਬ ਦੇ ਸਰੂਪਾਂ ਦੇ ਤਾਈਂ ਨੇੜਲੇ ਕਿਸੇ ਗੁਰੂ ਘਰ ਦੇ ਵਿੱਚ ਹੀ ਵਿਰਾਜਮਾਨ ਕਰ ਦੇਣਾ ਚਾਹੀਦਾ। ਇਹ ਭਲਾ ਕੰਮ ਹੈ। ਕਈ ਸੋਚਦੇ ਨੇ ਵੀ ਅਸੀਂ ਜੇ ਕਰਕੇ ਘਰੋਂ ਹੀ ਮਹਾਰਾਜ ਦਾ ਸਰੂਪ ਛੱਡ ਆਵਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਰਹੇਗਾ। ਸੋ ਇਹ ਖਿਆਲ ਨਹੀਂ ਭਾਈ ਕਰਨਾ ਚਾਹੀਦਾ। ਸਗੋਂ ਜੇ ਕਰਕੇ ਅਸੀਂ ਘਰ ਵਿੱਚ ਰੱਖ ਕੇ ਅਣਗਹਿਲੀ ਕਰਦੇ ਹਾਂ ਤਾਂ ਇਹ ਇੱਕ ਪ੍ਰਕਾਰ ਦੀ ਅਵੱਗਿਆ, ਪਾਪ ਲੱਗਦਾ ਹੈ। ਅਤੇ ਸਤਿਕਾਰ ਵਾਲੀ ਜਗ੍ਹਾ 'ਤੇ ਸਤਿਗੁਰੂ ਸਾਹਿਬ ਦੇ ਸਰੂਪ ਵਿਰਾਜਮਾਨ ਹੋਣਗੇ, ਸ਼ੋਭਾ ਪਾਉਣਗੇ, ਤਾਂ ਇਹਦੇ ਵਿੱਚ ਸਾਨੂੰ ਵੀ ਲਾਭ ਦੀ ਜਿਹੜੀ ਪ੍ਰਾਪਤੀ ਹੋਵੇਗੀ। ਜਿਸ ਤਰ੍ਹਾਂ ਕਿ ਇਤਿਹਾਸ ਵਿੱਚ ਆਪਾਂ ਦੇਖਦੇ ਹਾਂ, ਗੁਰੂ ਅਮਰਦਾਸ ਜੀ ਮਹਾਰਾਜ ਭਗਤੀ ਵਿੱਚ ਸਥਿਤ ਨੇ, ਜਾਂ ਕਈ ਕਹਿੰਦੇ ਵੀ ਇਸ਼ਨਾਨ ਕਰਦੇ ਸੀ। ਉਸ ਵਕਤ ਇਹਨਾਂ ਦੀ ਜਿਹੜੀ ਪੀੜ੍ਹੀ ਸੀ ਉਹਦਾ ਪਾਵਾ ਕਮਜ਼ੋਰਾ ਦੇਖ ਕੇ ਜਦੋਂ ਟੁੱਟਿਆ ਤਾਂ ਬੀਬੀ ਜੀ ਨੇ ਟੁੱਟਣ ਤੋਂ ਪਹਿਲਾਂ ਆਪਣਾ ਜਿਹੜਾ ਹਥੇਲੀ ਥੱਲੇ ਦੇ ਦਿੱਤੀ। ਸੋ ਬੀਬੀ ਭਾਨੀ ਜੀ ਦੇ ਹੱਥ ਦੇ ਵਿੱਚੋਂ ਖੂਨ ਵਹਿੰਦਾ ਰਿਹਾ। ਜਦੋਂ ਸਮਾਧੀ ਥਾਨ ਹੋਏ ਉਦੋਂ ਸਤਿਗੁਰੂ ਸਾਹਿਬ ਜੀ ਨੇ ਦੇਖਿਆ। ਸੋ ਇਸ ਤਰ੍ਹਾਂ ਦੇ ਨਾਲ ਇਹ ਵੱਡੀ ਭਾਰੀ ਸੇਵਾ ਕਮਾਈ ਕਿ ਸਤਿਗੁਰੂ ਦੇ ਸਰੀਰ ਨੂੰ ਕੋਈ ਤਕਲੀਫ ਨਾ ਪਹੁੰਚੇ। ਇਸੇ ਤਰ੍ਹਾਂ ਹੀ ਸਤਿਗੁਰੂ ਦੇ ਸਰੂਪਾਂ ਦਾ ਸਾਨੂੰ ਚੰਗੀ ਤਰ੍ਹਾਂ ਸਤਿਕਾਰ ਕਰਨਾ ਚਾਹੀਦਾ ਹੈ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ, ਇਸ ਤਰ੍ਹਾਂ ਮੰਨ ਕੇ ਸਾਨੂੰ ਭਾਈ ਸੇਵਾ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਗੁਰੂ ਘਰ ਵਿੱਚ ਜਾਂ ਪ੍ਰਕਾਸ਼ ਵਾਲੀ ਜਗ੍ਹਾ ਵਿੱਚ ਘਰੇ ਵੀ ਜੋ ਧੂਪ ਬੱਤੀ ਮੋਮਬੱਤੀ ਆਦਿਕ ਲਾਉਣੇ ਆ ਜਾਂ ਜੋਤ ਲਾਉਣੇ ਆ, ਉਹ ਚਿਮਣੀ ਵਾਲੀ ਥਾਂ ਦੇ ਉੱਪਰ ਲਾਉਣੀ ਚਾਹੀਦੀ ਹੈ, ਜਾਂ ਕਿ ਜਾਲੀ ਦੀ ਸੰਦੂਕੜੀ ਜੀ ਬਣਾ ਕੇ ਰੱਖਣੀ ਚਾਹੀਦੀ ਹੈ। ਅਤੇ ਜਿੰਨਾ ਟਾਈਮ ਆਪ ਹਾਜ਼ਰ ਰਹੀਏ ਸਰੀਰ ਕਰਕੇ ਉਨੇ ਸਮੇਂ ਤੱਕ ਹੀ ਲਾਉਣੀ ਚਾਹੀਦੀ ਹੈ। ਉਸ ਤੋਂ ਬਾਅਦ ਉਹ ਜੋਤ ਦੇ ਤਾਈਂ, ਧੂਪ ਦੇ ਤਾਈਂ ਵਧਾ ਦੇਣਾ ਚਾਹੀਦਾ, ਤਾਂ ਕਿ ਅਣਗਹਿਲੀ ਕਰਕੇ ਕੋਈ ਕਿਸੇ ਪ੍ਰਕਾਰ ਦੀ ਅਣਸੁਖਾਵੀਂ ਅੱਗ ਆਦਿਕ ਦੀ ਜਿਹੜੀ ਘਟਨਾ ਹੈ ਇਹ ਨਾ ਵਾਪਰੇ। ਅਤੇ ਰੁਮਾਲਾ ਸਾਹਿਬ ਤੋਂ, ਮਹਾਰਾਜ ਦੇ ਪ੍ਰਕਾਸ਼ ਤੋਂ ਦੂਰ ਹਮੇਸ਼ਾ ਜਿਹੜੀ ਇਹ ਜੋਤ ਆਦਿਕ ਧੂਪ ਆਦਿਕ ਦਿਖਾਉਣੀ ਚਾਹੀਦੀ ਹੈ। ਅਤੇ ਹੋ ਸਕੇ ਤਾਂ ਜਿਹੜਾ ਜਿੱਥੇ ਸਥਾਨ 'ਤੇ ਆਪਾਂ ਧੂਪ ਜੋਤ ਦਿਖਾਉਣੇ ਆ ਉਸ ਥਾਂ ਦੇ ਥੱਲੇ ਵੀ ਕੋਈ ਵਿਛਾਈ ਨਹੀਂ ਚਾਹੀਦੀ। ਅਤੇ ਉਹ ਵਿਛਾਈ ਜੇ ਕਰਕੇ ਵਿਛਾਈ ਹੈ ਤਾਂ ਵਿਛਾਈ ਵੱਖਰੀ ਚਾਹੀਦੀ ਹੈ, ਭਾਵ ਕਿ ਜੇ ਕਰਕੇ ਅਣਗਹਿਲੀ ਨਾਲ ਅੱਗ ਲੱਗਦੀ ਵੀ ਹੈ ਤਾਂ ਅੱਗ ਸਤਿਗੁਰ ਦੇ ਸਰੂਪਾਂ ਤੱਕ ਨਾ ਪਹੁੰਚੇ। ਪਹਿਲੀ ਗੱਲੇ ਤਾਂ ਜਿੰਨਾ ਚਿਰ ਕੋਈ ਸੇਵਾਦਾਰ ਹਾਜ਼ਰ ਹੈ ਹਜ਼ੂਰੀ ਵਿੱਚ, ਉਹਨਾਂ ਟਾਈਮ ਵੀ ਧੂਪ ਜੋਤਾਂ ਆਦਿਕ ਦਿਖਾਉਣੀਆਂ ਚਾਹੀਦੀਆਂ ਹਨ। ਅਤੇ ਧੂਪਾਂ ਜੋਤਾਂ ਦੇ ਤਾਈਂ ਸਤਿਗੁਰੂ ਦੇ ਸਰੂਪ ਦੇ ਨੇੜੇ ਨਹੀਂ ਲੈ ਕੇ ਜਾਣਾ ਚਾਹੀਦਾ। ਕਈ ਵਾਰੀ ਉਹ ਘਿਓ ਆਦਿਕ ਜਿਹੜਾ ਹੈ ਸਤਿਗੁਰੂ ਦੇ ਪੰਨਿਆਂ ਉੱਪਰ ਵੀ ਡਿੱਗ ਸਕਦਾ ਹੈ। ਇਸ ਤਰ੍ਹਾਂ ਬੜੀ ਭਾਰੀ ਬੇਅਦਬੀ ਹੋ ਸਕਦੀ ਹੈ। ਅਤੇ ਕਈ ਗੁਰਮੁਖ ਪਿਆਰੇ ਆਰਤੀ ਆਦਿਕ ਕਰਦੇ ਨੇ ਦੀਵੇ ਬਾਲ ਕੇ, ਜਿਵੇਂ ਹਜ਼ੂਰ ਸਾਹਿਬ ਆਦਿਕ ਥਾਵਾਂ 'ਤੇ, ਸੋ ਉਹ ਦੀਵੇ ਬਾਲ ਕੇ ਆਰਤੀ ਕਰਦੇ ਨੇ। ਸੋ ਉਹਨਾਂ ਨੂੰ ਵੀ ਇਹ ਧਿਆਨ ਦੇ ਕੇ ਹੀ ਜਿਹੜੇ ਗੁਰਮੁਖ ਪਿਆਰੇ ਕਰਦੇ ਨੇ, ਧਿਆਨ ਦੇ ਨਾਲ ਹੀ ਸੋ ਇਹਦਾ ਜਿਹੜਾ ਸਾਵਧਾਨੀ ਦੇ ਨਾਲ ਵਰਤਾਰਾ ਕਰਨਾ ਚਾਹੀਦਾ ਹੈ ਕਿ ਕਿਸੇ ਢੰਗ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ। ਵੈਸੇ ਸੰਪਰਦਾ ਦੇ ਵਿੱਚ ਜਿਹੜਾ ਹੈ ਸੋ ਕੇਵਲ ਬੈਠ ਕਰਕੇ ਹੀ ਆਰਤੀ ਦੇ ਸ਼ਬਦਾਂ ਦੇ ਤਾਈਂ ਪੜ੍ਹਨ ਦੀ ਜਿਹੜੀ ਆਗਿਆ ਹੈ, ਅਤੇ ਥਾਲ ਵਿੱਚ ਦੀਪਕ ਆਦਿਕ ਜਗਾ ਕਰਕੇ ਇਸ ਤਰ੍ਹਾਂ ਕਰਨ ਦੀ ਇਹ ਭਾਈ ਮਨਾਹੀ ਕੀਤੀ ਜਾਂਦੀ ਹੈ। ਸੋ ਰੋਹ ਵਿਚਾਰ ਕਈ ਇਸ ਤਰ੍ਹਾਂ ਦੇ ਵੀ ਪ੍ਰੇਮੀ ਹੁੰਦੇ ਨੇ ਕਿ ਉਹ ਮਨਮੁਖਤਾਈ ਕਰਕੇ ਸਤਿਗੁਰ ਦੇ ਸਰੂਪ ਵੱਲ ਜਾਂ ਗੁਰੂ ਘਰ ਦੇ ਵੱਲ
ਆਪਣੇ ਪੈਰਾਂ ਨੂੰ ਤਾਣ ਕੇ ਬੈਠ ਜਾਂਦੇ ਨੇ, ਪੈਰ ਆਪਣੇ ਪਸਾਰ ਕੇ ਲੱਤਾਂ ਖੁੱਲ੍ਹੀਆਂ ਕਰਕੇ ਮਹਾਰਾਜ ਕੰਨੀ ਬੈਠ ਜਾਂਦੇ ਨੇ। ਅਤੇ ਜੇ ਉਹਨਾਂ ਨੂੰ ਕਹੀਏ ਭਾਈ ਆਪਣੇ ਗੋਡੇ ਇਕੱਠੇ ਕਰ ਲਾ ਜਾਂ ਪਾਸੇ ਨੂੰ ਕਰ ਲਾ, ਤਾਂ ਕਹਿਣਗੇ ਕਿ ਚਾਰੇ ਪਾਸੇ ਹੀ ਪਰਮੇਸ਼ਰ ਵਸਦਾ, ਕਿੱਧਰਲੇ ਪਾਸੇ ਕਰੀਏ। ਜਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦ੍ਰਿਸ਼ਟਾਂਤ ਦੇਣ ਲੱਗ ਜਾਂਦੇ ਨੇ ਮੱਕੇ ਵਾਲਾ। ਸੋ ਇਸ ਲਈ ਉਹਨਾਂ ਪ੍ਰੇਮੀਆਂ ਨੂੰ ਚਾਹੀਦਾ ਭਾਈ ਇਸ ਤਰ੍ਹਾਂ ਦੀ ਤਰਕਵਾਦੀ ਦਲੀਲਾਂ ਦੇ ਵਿੱਚ ਨਾ ਪੈ ਕਰਕੇ ਸਾਨੂੰ ਸਤਿਗੁਰੂ ਮਹਾਰਾਜ ਦਾ ਆਦਰ ਸਤਿਕਾਰ ਪੂਰਨ ਤੌਰ 'ਤੇ ਕਾਇਮ ਰੱਖਣਾ ਚਾਹੀਦਾ। ਸੋ ਜਦੋਂ ਸਤਿਗੁਰੂ ਮਹਾਰਾਜ ਆਪ ਸਰੀਰ ਕਰਕੇ ਸਨ ਦਸਵੇਂ ਪਾਤਸ਼ਾਹ ਮਹਾਰਾਜ, ਤਾਂ ਇਹਨਾਂ ਦੇ ਅੱਗੇ ਚੌਕੀਦਾਰ ਜਿਹੜੇ ਸਿੰਘ ਹੋ ਜਾਂਦੇ, ਜਿਵੇਂ ਭਾਈ ਆਲਮ ਸਿੰਘ ਜੀ ਨੱਚਣਾ, ਉਹ ਸਤਿਗੁਰੂ ਸਾਹਿਬ ਦੇ ਅੱਗੇ ਅੱਗੇ ਜਾਂਦੇ, ਸਤਿਗੁਰੂ ਵੱਲ ਚਿਹਰਾ ਹੁੰਦਾ ਅਤੇ ਆਪ ਪਿਛਲੇ ਪੈਰੀ ਭੱਜੀ ਜਾਂਦੇ। ਅਤੇ ਜੇਕਰ ਕਿ ਕੋਈ ਪ੍ਰੇਮੀ ਗੁਰਸਿੱਖ ਰਾਹ ਵਿੱਚ ਬਿਰਾਜਮਾਨ ਹੁੰਦਾ, ਪਿਆ ਹੁੰਦਾ, ਸੁੱਤਾ ਹੁੰਦਾ, ਤਾਂ ਉਹਨੂੰ ਜਾ ਕਰਕੇ ਪਿਆਰ ਸਤਿਕਾਰ ਨਾਲ ਉਠਾਉਣਾ, ਭਾਈ ਸਾਵਧਾਨ ਹੋ, ਸਤਿਗੁਰੂ ਮਹਾਰਾਜ ਜੀ ਆ ਰਹੇ ਨੇ, ਦਰਸ਼ਨ ਕਰ ਲੈ। ਸੋ ਇਸ ਤਰ੍ਹਾਂ ਸਤਿਗੁਰੂ ਦਾ ਆਉਣਾ ਸੁਣ ਕਰਕੇ ਉਹ ਸਿੱਖ ਨੇ ਵੀ ਅੱਗੋਂ ਤਿਉੜੀ ਨਹੀਂ ਪਾਉਣੀ ਵੀ ਮੈਨੂੰ ਉਠਾ ਦਿੱਤਾ, ਸਗੋਂ ਉਹਨੇ ਸ਼ੁਕਰੀਆ ਅਦਾ ਕਰਨਾ ਕਿ ਆਪ ਨੇ ਕਿਰਪਾ ਕੀਤੀ ਹੈ ਕਿ ਮੈਨੂੰ ਸੁੱਤੇ ਪਏ ਨੂੰ ਉਠਾ ਕਰਕੇ ਸਤਿਗੁਰੂ ਸਾਹਿਬ ਦੇ ਦਰਸ਼ਨ ਪਰਸ਼ਨ ਕਰਵਾ ਦਿੱਤੇ ਨੇ। ਸੋ ਇਸ ਤਰ੍ਹਾਂ ਦੀ ਭੈ ਭਾਵਨੀ ਰੱਖਣੀ ਹੈ, ਕਦੇ ਵੀ ਆਪਣੇ ਪੈਰਾਂ ਨੂੰ ਮਹਾਰਾਜ ਦੇ ਸਰੂਪਾਂ ਵੱਲ, ਗੁਰੂ ਘਰ ਵੱਲ ਨਹੀਂ ਕਰਨਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਜਦੋਂ ਦਰਬਾਰ ਸਾਹਿਬ ਜਾਂਦੇ ਤਾਂ ਇਹ ਖਾਸ ਖਿਆਲ ਕਰਦੇ, ਭਾਵੇਂ ਦਰਬਾਰ ਸਾਹਿਬ ਦੇ ਵਿੱਚ ਕਿਤੇ ਵੀ ਉਹਨਾਂ ਦਾ, ਅੰਮ੍ਰਿਤਸਰ ਸ਼ਹਿਰ ਵਿੱਚ ਕਿਤੇ ਵੀ ਉਹਨਾਂ ਦਾ ਟਿਕਾਣਾ ਹੁੰਦਾ, ਅਤੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵੱਲ, ਹਰਿਮੰਦਰ ਸਾਹਿਬ ਦੇ ਵੱਲ ਕਦੇ ਵੀ ਆਪਣੇ ਪੈਰ ਨਹੀਂ ਸੀ ਹੋਣ ਦਿੰਦੇ। ਸੋ ਇੰਨਾ ਆਦਰ ਸਤਿਕਾਰ ਭਾਈ ਰੱਖਣਾ ਚਾਹੀਦਾ। ਅਤੇ ਕਈਆਂ ਦੁਕਾਨਦਾਰਾਂ ਨੇ ਜਿਨ੍ਹਾਂ ਨੇ ਆਪਣੇ ਦੁਕਾਨ ਉੱਪਰ ਸੈਂਚੀਆਂ, ਪੋਥੀਆਂ, ਗੁਟਕਾ ਸਾਹਿਬ ਆਦਿਕ ਰੱਖੇ ਹੁੰਦੇ ਨੇ, ਤਾਂ ਉਹਨਾਂ ਨੂੰ ਵੀ ਚਾਹੀਦਾ ਜੇ ਕੋਈ ਪ੍ਰੇਮੀ ਆਉਂਦਾ ਹੈ ਤਾਂ ਜਲ ਦਾ ਪ੍ਰਬੰਧ ਉਹਨਾਂ ਦੇ ਪਾਸ ਹੋਣਾ ਚਾਹੀਦਾ ਹੈ, ਅਤੇ ਲੈਣ ਆਇਆ ਸੱਜਣਾ ਨੂੰ ਹੱਥ ਧਵਾ ਕੇ ਹੀ ਪੋਥੀਆਂ ਦੇ ਦਰਸ਼ਨ ਕਰਾਉਣੇ ਚਾਹੀਦੇ ਨੇ। ਇਹ ਨਹੀਂ ਵੀ ਸੋ ਮਾਇਆ ਦੇ ਲਾਲਚ ਕਰਕੇ ਉਹਨਾਂ ਨੂੰ ਕੁਝ ਨਾ ਕਵੇ, ਅਤੇ ਆਪ ਵੀ ਹੱਥ ਧੋ ਕਰਕੇ ਹੀ ਸੋ ਪੋਥੀਆਂ ਦਾ ਸਤਿਕਾਰ ਚੰਗੀ ਤਰ੍ਹਾਂ ਰੱਖਣਾ ਚਾਹੀਦਾ ਹੈ। ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਔਨਲਾਈਨ ਕਿਤਾਬਾਂ ਦਾ ਲੈਣਾ ਦੇਣਾ ਇਹ ਬੜਾ ਹੋ ਰਿਹਾ ਹੈ, ਇੱਥੋਂ ਤੱਕ ਕਿ ਪੋਥੀਆਂ ਵੀ ਗੁਟਕਾ ਸਾਹਿਬ, ਸਤਿਗੁਰੂ ਮਹਾਰਾਜ ਦੇ ਸੈਂਚੀਆਂ 2 ਭਾਗਾਂ ਦੇ ਵਿੱਚ, ਇਹ ਵੀ ਇਹਨਾਂ ਦਾ ਲੈਣਾ ਦੇਣਾ ਵੀ ਹੁੰਦਾ। ਸੋ ਇਹਦੇ ਉੱਪਰ ਸਖਤੀ ਦੇ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰੋਕ ਲਾਉਣੀ ਚਾਹੀਦੀ ਹੈ, ਅਤੇ ਗੁਰਮੁਖ ਪ੍ਰੇਮੀਆਂ ਨੂੰ ਆਪ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਔਨਲਾਈਨ ਕਦੇ ਵੀ ਸਤਿਗੁਰੂ ਮਹਾਰਾਜ ਦੀ ਪੋਥੀ, ਗੁਟਕਾ ਸਾਹਿਬ ਆਦਿਕ ਜਿਹੜੇ ਇਹ ਨਹੀਂ ਮੰਗਵਾਉਣੇ ਚਾਹੀਦੇ, ਸਗੋਂ ਹੱਥੀਂ ਹੀ ਕਿਸੇ ਦੇ ਗੁਰਮੁਖ ਪ੍ਰੇਮੀ ਦੇ ਹੱਥ ਦੇ ਵਿੱਚ ਇਹ ਆਪਾਂ ਨੂੰ ਪੋਥੀ ਆਦਿਕ ਮੰਗਵਾ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਹੀ ਅੱਜ ਕੱਲ੍ਹ ਜੋ ਰਿਕਾਰਡਿੰਗਾਂ ਚੱਲਦੀਆਂ ਨਿਤਨੇਮ ਦੀਆਂ, ਬਹੁਤਿਆਂ ਨੇ ਆਪਣੀ ਮਸ਼ਹੂਰੀ ਖਾਤਰ ਹੀ ਜਾਂ ਪੈਸੇ ਦੇ ਖਾਤਰ ਹੀ ਇਸ ਤਰ੍ਹਾਂ ਰਿਕਾਰਡਿੰਗਾਂ ਪਾ ਦਿੱਤੀਆਂ ਹੁੰਦੀਆਂ ਨੇ ਨੈੱਟ ਉੱਪਰ ਵੀ, ਜਾਂ ਵੈਸੇ ਕੰਪਨੀਆਂ ਵਾਲੇ ਰਿਕਾਰਡ ਕਰ ਦਿੰਦੇ ਨੇ, ਉਹਨਾਂ ਦੀ CD ਆਦਿਕ ਬਾਜ਼ਾਰ ਮਾਰਕੀਟ ਵਿੱਚ ਆ ਕਰਕੇ ਵਿਕਦੀ ਹੈ। ਤਾਂ ਉਦੋਂ ਵੀ ਖਿਆਲ ਕਰਨਾ ਕਿ ਜਿਨ੍ਹਾਂ ਸਿੰਘਾਂ ਦੀ ਸੰਥਿਆ ਹੋਈ ਪਈ ਹੈ ਉਹਨਾਂ ਦਾ ਹੀ ਨਿਤਨੇਮ ਜਿਹੜਾ ਹੈ ਸ਼ਰਵਣ ਕਰਨਾ ਚਾਹੀਦਾ ਹੈ। ਅਤੇ ਕਈ ਪ੍ਰੇਮੀ ਹਨ ਕਿ ਉਹ ਪੈ ਕਰਕੇ ਹੀ ਨਿਤਨੇਮ ਕਰ ਲੈਂਦੇ ਨੇ, ਸੁਣ ਕੇ ਨਿਤਨੇਮ ਕਰ ਲੈਂਦੇ ਨੇ। ਇਸ ਤਰ੍ਹਾਂ ਦਰਿੱਦਰ ਨਹੀਂ ਪਾਉਣਾ ਚਾਹੀਦਾ ਕਿ ਵੀ ਸੁਣ ਕੇ ਅਸੀਂ ਨਿਤਨੇਮ ਕਰ ਲਿਆ, ਵੀ ਹੁਣ ਸਾਨੂੰ ਆਪ ਪੜ੍ਹਨ ਦੀ ਲੋੜ ਨਹੀਂ ਹੈ। ਪਹਿਲੀ ਗੱਲੇ ਸੰਥਿਆ ਆਪ ਕਰਕੇ ਆਪ ਬਾਣੀ ਪੜ੍ਹਨੀ ਚਾਹੀਦੀ ਹੈ, ਅਤੇ ਜੇਕਰ ਕੋਈ ਬਿਮਾਰੀ ਠਮਾਰੀ ਹੋਵੇ, ਸਰੀਰ ਇਸ ਤਰ੍ਹਾਂ ਦਾ ਨਾ ਹੋਵੇ, ਉਸ ਵਕਤ ਅਸੀਂ ਬਾਣੀ ਜਿਹੜੀ ਹੈ ਇਹ ਸੁਣ ਸਕਦੇ ਹਾਂ। ਵੈਸੇ ਆਪਣੇ ਘਰ ਵਿੱਚ ਗੁਰਬਾਣੀ ਚਲਾਉਣੀ 24 ਘੰਟੇ 8 ਪਹਿਰ ਬਾਣੀ ਚੱਲੀ ਜਾਵੇ, ਉਹਦਾ ਕੋਈ ਕਿਸੇ ਪ੍ਰਕਾਰ ਦੇ ਨਾਲ ਸਾਨੂੰ ਹਾਨੀ ਨਹੀਂ ਹੈ। ਪਰ ਜਿਹੜੀ ਆਪ ਬਾਣੀ ਪੜ੍ਹਨੀ ਹੈ ਇਹ ਹਮੇਸ਼ਾ ਮੂਲ ਕਰਕੇ ਪੜ੍ਹਨੀ ਚਾਹੀਦੀ ਹੈ, ਅਤੇ ਹਮੇਸ਼ਾ ਸ਼ੁੱਧ ਜਿਹੜੀ ਹੈ ਪਾਠੀ ਦੁਆਰਾ ਕੀਤੀ ਹੋਈ ਰਿਕਾਰਡਿੰਗ ਉਸ ਦੇ ਤਾਂ ਹੀ ਸ਼ਰਵਣ ਕਰਨਾ ਚਾਹੀਦਾ ਹੈ। ਤਾਂ ਕਰਕੇ ਸਾਨੂੰ ਵੀ ਕੋਈ ਜਿਹੜੀ ਹੈ ਗਲਤ ਲਾਗਮ ਮਾਤਰ ਗਲਤ ਪਾਠ ਉਹ ਜਿਹੜਾ ਨਾ ਪੱਕੇ। ਬਿਨਾਂ ਸਾਥੀਆਂ ਤੋਂ ਨਿਤਨੇਮ ਤੋਂ ਇਲਾਵਾ ਹੋਰ ਜਿੰਨੀਆਂ ਬਾਣੀਆਂ ਨੇ, ਬਿਨਾਂ ਸਾਥੀਆਂ ਤੋਂ ਕਦੇ ਵੀ ਇਹਨਾਂ ਦਾ ਅਭਿਆਸ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਗਲਤ ਪਾਠ ਜਿਹੜੇ ਪੱਕ ਜਾਂਦੇ ਨੇ, ਬਾਅਦ ਵਿੱਚ ਸੰਥਿਆ ਕਰਨ ਵੇਲੇ ਬੜੀ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਦੇ ਸਰੂਪ, ਸੈਂਚੀਆਂ, ਅਤੇ ਇਸੇ ਤਰ੍ਹਾਂ ਜੋ ਗੁਟਕਾ ਸਾਹਿਬ ਪੋਥੀਆਂ ਆਦਿਕ ਨੇ, ਇਹਨਾਂ ਦੇ ਤਾਈਂ ਵੀ ਚੰਗੀ ਤਰ੍ਹਾਂ ਖੋਜ ਪੜਤਾਲ ਕਰਕੇ ਸੋ ਮਿਲਾਨ ਕਰਕੇ ਪੋਥੀਆਂ ਦਾ, ਸੋਧੀਆਂ ਹੋਈਆਂ ਪੋਥੀਆਂ ਦੇ ਨਾਲ ਫਿਰ ਹੀ ਛਪਾਉਣੀਆਂ ਚਾਹੀਦੀਆਂ ਨੇ। ਨਹੀਂ ਤਾਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਭਾਂਤ ਭਾਂਤ ਦੇ ਛਾਪੇ ਹਨ, ਅਤੇ ਉਹਨਾਂ ਵਿੱਚ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਜਿਹੜੀਆਂ ਮਿਲਦੀਆਂ ਨੇ।
ਸੋ ਇਸ ਲਈ ਇਹਦੇ ਵੱਲ ਵੀ ਸਾਨੂੰ ਖਿਆਲ ਕਰਨਾ ਚਾਹੀਦਾ। ਜਿਹੜੇ ਗੁਰਮੁਖ ਪ੍ਰੇਮੀ ਗ੍ਰੰਥ ਛਪਾਉਣ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸੁਧਾਈ ਦਾ ਵੀ ਚੰਗੀ ਤਰ੍ਹਾਂ ਖਿਆਲ ਕਰਨਾ ਚਾਹੀਦਾ ਹੈ। ਸੋ ਕਾਹਲੀ ਦੇ ਨਾਲ ਕੋਈ ਗੁਟਕਾ ਸਾਹਿਬ ਪੋਥੀ ਆਦਿਕ ਨਹੀਂ ਛਪਾਉਣੀ ਚਾਹੀਦੀ, ਜਿਸ ਕਰਕੇ ਗਲਤੀਆਂ ਜਿਹੜੀਆਂ ਨੇ ਪੋਥੀ ਦੇ ਵਿੱਚ ਗੁਰਬਾਣੀ ਦੇ ਵਿੱਚ ਆ ਜਾਣ। ਅਤੇ ਕਾਗਜ਼ ਆਦਿਕ ਜਲਦਬੰਦੀ ਦੀ ਹੋਰ ਜਿਹੜੀ ਸਾਰੀ ਹੈ ਮਰਿਆਦਾ, ਇਹ ਚੰਗੀ ਤਰ੍ਹਾਂ ਵੱਧ ਤੋਂ ਵੱਧ ਪੈਸੇ ਲਾ ਕਰਕੇ ਸੋ ਇਹ ਸੁੰਦਰ ਬਣਾ ਕਰਕੇ ਪੋਥੀ ਨੂੰ ਸੰਗਤਾਂ ਦੇ ਹਜ਼ੂਰ ਭੇਟ ਕਰਨਾ ਚਾਹੀਦਾ ਹੈ। ਮਾੜਾ ਕਾਗਜ਼ ਲਾ ਕਰਕੇ, ਮਾੜੀ ਜਲਦਬੰਦੀ ਕਰਕੇ ਇਸ ਤਰ੍ਹਾਂ ਪੋਥੀਆਂ ਫਿਰ ਛੇਤੀ ਜਲਦ ਉਖੜ ਜਾਂਦੀ ਹੈ ਅਤੇ ਬੜਾ ਭਾਰੀ ਨਿਰਾਦਰ ਹੁੰਦਾ ਹੈ। ਅਤੇ ਇਸੇ ਤਰ੍ਹਾਂ ਛਪਵਾਈ ਵੇਲੇ ਜਾਂ ਅੱਜ ਕੱਲ੍ਹ ਬਹੁਤੇ ਗੁਰਮੁਖ ਪ੍ਰੇਮੀ ਲਿਖਦੇ ਵੀ ਹਨ ਹੱਥ ਦੇ ਨਾਲ ਬਾਣੀ, ਉਹਨਾਂ ਨੂੰ ਵੀ ਪੂਰੇ ਨਿਯਮਾਂ ਦਾ ਖਿਆਲ ਕਰਨਾ ਚਾਹੀਦਾ ਹੈ। ਹਾਸ਼ੀਆ ਵੱਧ ਤੋਂ ਵੱਧ ਛੱਡਣਾ ਚਾਹੀਦਾ ਚਾਰੇ ਪਾਸੇ, ਤਾਂ ਕਿ ਜੇ ਕਰਕੇ ਕੋਈ ਚੀਜ਼ ਲੱਗਦੀ ਹੈ, ਕੀੜਾ ਆਦਿਕ ਲੱਗਦਾ ਹੈ, ਕੋਈ ਕਿਸੇ ਪ੍ਰਕਾਰ ਦੀ ਪੋਥੀ ਦੇ ਤਾਂ ਹੀ ਸਿੱਲ ਚੜ੍ਹਦੀ ਹੈ, ਸੋ ਉਹਦੇ ਤੋਂ ਗੁਰਬਾਣੀ ਦੇ ਜਿਹੜੇ ਅੱਖਰ ਲਿਖੇ ਨੇ ਉਹਨਾਂ ਦਾ ਬਚਾਅ ਹੋ ਸਕੇ। ਅਤੇ ਦੁਬਾਰਾ ਉਹਨੂੰ ਅਸੀਂ ਫਿਰ ਕਿਤੇ ਬੈਂਡਿੰਗ ਕਰਨ ਦੀ ਲੋੜ ਪੈਂਦੀ ਹੈ ਤਾਂ ਦੁਬਾਰਾ ਅਸੀਂ ਜਲਦਬੰਦੀ ਉਹਦੀ ਕਰ ਸਕੀਏ। ਭਾਵ ਕਿ ਚੰਗੀ ਤਰ੍ਹਾਂ ਇਹ ਹਰ ਇੱਕ ਚੀਜ਼ ਨੂੰ ਸੋਧ ਕਰਕੇ ਪੋਥੀ ਦੇ ਨਾਲ ਅਸੀਂ, ਜਿਵੇਂ ਹੁਣ ਆਪਣੇ ਘਰ ਨੂੰ ਅਸੀਂ ਤਿਆਰ ਕਰਨਾ ਹੁੰਦਾ ਅਤੇ ਅਸੀਂ ਹਰ ਇੱਕ ਤੋਂ ਸਲਾਹ ਲੈਂਦੇ ਹਾਂ, ਨਕਸ਼ੇ ਬਣਾਉਣੇ ਆ। ਇਸੇ ਤਰ੍ਹਾਂ ਜਦੋਂ ਪੋਥੀ ਸਾਹਿਬ ਛਪਵਾਉਣੀ ਹੈ ਤਾਂ ਵਧੀਆ ਤੋਂ ਵਧੀਆ ਸੋ ਜਿਹੜੇ ਸੂਝਵਾਨ ਸਿੰਘ ਨੇ ਗੁਰਮੁਖ ਪਿਆਰੇ, ਉਹਨਾਂ ਤੋਂ ਸਲਾਹ ਲੈ ਕਰਕੇ ਪੋਥੀ ਲਿਖਣ ਦਾ, ਛਾਪਣ ਦਾ ਕਾਰਜ ਇਹ ਪ੍ਰੇਮ ਦੇ ਨਾਲ ਭਾਈ ਕਰਨਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।